ਸਤਿ ਸ਼੍ਰੀ ਅਕਾਲ ਜੀ। ਮੇਰੀ ਬੇਟੀ ਅੰਨ੍ਹੀ ਸੀ, ਇਸ ਲਈ ਮੇਰੇ ਪਤੀ ਚਾਹੁੰਦੇ ਸੀ ਕਿ ਉਸ ਦਾ ਵਿਆਹ ਨਾ ਕੀਤਾ ਜਾਵੇ। ਅੰਨ੍ਹੀ ਹੋਣ ਦੀ ਵਜ੍ਹਾ ਨਾਲ ਉਹ ਚਾਹੁੰਦੇ ਸੀ ਕਿ ਇਹ ਸਾਡੇ ਕੋਲ ਹੀ ਰਹੇ। ਇੱਕ ਦਿਨ ਮੈਂ ਚੰਗਾ ਰਿਸ਼ਤਾ ਵੇਖ ਕੇ ਉਸ ਦਾ ਵਿਆਹ ਕਰ ਦਿੱਤਾ। ਮੇਰੀ ਬੇਟੀ ਫ਼ੋਨ ਕਰਕੇ ਮੈਨੂੰ ਕਹਿੰਦੀ ਕਿ ਮਾਂ, ਮੈਂ ਬਹੁਤ ਖੁਸ਼ ਹਾਂ, ਤੁਹਾਨੂੰ ਆਉਣ ਦੀ ਜ਼ਰੂਰਤ ਨਹੀਂ ਆ। ਵਿਆਹ ਨੂੰ 6 ਮਹੀਨੇ ਗੁਜ਼ਰ ਗਏ ਸੀ, ਇਸ ਲਈ ਮੇਰੇ ਪਤੀ ਮੈਨੂੰ ਨਾਲ ਲੈ ਕੇ ਬੇਟੀ ਦੇ ਘਰ ਚਲੇ ਗਏ। ਦਰਵਾਜ਼ਾ ਖੁੱਲ੍ਹਦੇ ਅਸੀਂ ਚੌਂਕ ਗਏ। ਜਦੋਂ ਮੈਂ ਆਪਣੀ ਬੇਟੀ ਨੂੰ ਆਪਣੇ ਜਵਾਈ ਬਾਰੇ ਪੁੱਛਿਆ ਤਾਂ ਉਸਨੇ ਕਿਹਾ ਕਿ ਦਰਵਾਜ਼ਾ ਉਹਨਾਂ ਨੇ ਹੀ ਖੋਲ੍ਹਿਆ ਹੈ। ਤਾਂ ਅਸੀਂ ਇਹ ਵੇਖ ਕੇ ਹੈਰਾਨ ਰਹਿ ਗਏ। ਗੁੱਸੇ ਵਿੱਚ ਮੇਰੇ ਪਤੀ ਨੇ 6 ਮਹੀਨੇ ਬਾਅਦ ਅੱਜ ਮੈਂ ਆਪਣੀ ਬੇਟੀ ਦੇ ਘਰ ਜਾਣ ਵਾਲੀ ਸੀ। ਇਸ ਤੋਂ ਪਹਿਲਾਂ ਮੇਰੀ ਬੇਟੀ ਮੇਰੇ ਨਾਲ ਫ਼ੋਨ 'ਤੇ ਹੀ ਗੱਲ ਹੁੰਦੀ ਸੀ। ਮੈਂ ਰੋਜ਼ ਹੀ ਆਪਣੀ ਬੇਟੀ ਦੇ ਨਾਲ ਗੱਲ ਜ਼ਰੂਰ ਕਰਦੀ ਅਤੇ ਉਹ ਬਹੁਤ ਖੁਸ਼ੀ ਦੇ ਨਾਲ ਮੇਰੇ ਨਾਲ ਗੱਲ ਕਰਦੀ। ਜਦੋਂ ਮੈਂ ਉਸ ਨੂੰ ਖੁਸ਼ ਵੇਖਦੀ ਤਾਂ ਮੈਂ ਵੀ ਖੁਸ਼ ਹੁੰਦੀ। ਖੁਸ਼ ਹੋ ਕੇ ਮੈਂ ਆਪਣੇ ਪਤੀ ਨੂੰ ਕਹਿੰਦੀ ਕਿ ਵੇਖੋ, ਆਪਣੀ ਬੇਟੀ ਕਿੰਨੀ ਖੁਸ਼ ਹੈ। ਤੁਸੀਂ ਤਾਂ ਚਾਹੁੰਦੇ ਸੀ ਕਿ ਉਸ ਦਾ ਵਿਆਹ ਹੀ ਨਾ ਕਰੀਏ। ਹੁਣ ਉਹ ਆਪਣੀ ਜ਼ਿੰਦਗੀ ਦੇ ਵਿੱਚ ਕਿੰਨੀ ਖੁਸ਼ ਆ। ਮੈਂ ਪਰਮਾਤਮਾ ਅੱਗੇ ਇਹੀ ਅਰਦਾਸ ਕਰਦੀ ਕਿ ਪਰਮਾਤਮਾ ਉਸ ਨੂੰ ਹਮੇਸ਼ਾ ਇਸੇ ਤਰ੍ਹਾਂ ਹੀ ਖੁਸ਼ ਰੱਖੇ ਅਤੇ ਉਸ ਨੂੰ ਕਦੀ ਵੀ ਕੋਈ ਦੁੱਖ ਨਾ ਆਵੇ। ਮੇਰੇ ਪਤੀ ਕਹਿੰਦੇ ਕਿ ਰਾਧਾ, ਮੈਨੂੰ ਤਾਂ ਇਹ ਸੀ ਕਿ ਮੈਂ ਆਪਣੀ ਬੱਚੀ ਅੰਨ੍ਹੀ ਹੈ ਤਾਂ ਇਹ ਦੇਖ ਨਹੀਂ ਸਕਦੀ, ਭਲਾ ਵਿਆਹ ਤੋਂ ਬਾਅਦ ਇਹ ਆਪਣੇ ਘਰ ਦੇ ਕੰਮ ਕਿਵੇਂ ਸੰਭਾਲੇਗੀ। ਮੈਨੂੰ ਨਹੀਂ ਪਤਾ ਸੀ ਕਿ ਉਸਦੇ ਸਸੁਰਾਲ ਵਾਲੇ ਇੰਨੇ ਚੰਗੇ ਹੋਣਗੇ ਅਤੇ ਉਸ ਨੂੰ ਇੰਨਾ ਪਿਆਰ ਅਤੇ ਇੱਜ਼ਤ ਦੇਣਗੇ। ਮੇਰੀ ਬੇਟੀ ਸ਼ਹਿਰ ਤੋਂ ਦੂਰ ਰਹਿੰਦੀ ਸੀ, ਲਗਭਗ 4 ਘੰਟੇ ਦਾ ਸਫ਼ਰ ਸੀ ਅਤੇ ਸਾਡੇ ਕੋਲ ਇੰਨਾ ਖਰਚਾ ਨਹੀਂ ਸੀ ਕਿ ਅਸੀਂ ਆਪਣੀ ਬੇਟੀ ਦੇ ਘਰ ਜਾ ਆਈਏ। ਪਰ ਇੱਕ ਦਿਨ ਮੈਂ ਇੱਕ ਅਜਿਹਾ ਸੁਪਨਾ ਵੇਖਿਆ ਜਿਸ ਵਿੱਚ ਮੈਨੂੰ ਇਸ ਤਰ੍ਹਾਂ ਲੱਗਿਆ ਜਿਵੇਂ ਮੇਰੀ ਬੇਟੀ ਬਹੁਤ ਦੁਖੀ ਹੈ ਅਤੇ ਉਹ ਰੋ ਰਹੀ ਹੋਵੇ। ਸਵੇਰੇ ਉੱਠਦੇ ਹੀ ਮੈਂ ਆਪਣੇ ਪਤੀ ਨੂੰ ਕਿਹਾ ਕਿ ਮੈਨੂੰ ਬਹੁਤ ਭਿਆਨਕ ਸੁਪਨਾ ਆਇਆ ਹੈ, ਮੈਨੂੰ ਮੇਰੀ ਬੇਟੀ ਨੂੰ ਮਿਲਵਾ ਕੇ ਲੈ ਕੇ ਆਓ। ਜਦੋਂ ਅਸੀਂ ਆਪਣੀ ਬੇਟੀ ਦੇ ਘਰ ਪਹੁੰਚੇ ਤਾਂ ਦਰਵਾਜ਼ਾ ਇੱਕ ਅੱਧ-ਖੜ ਉਮਰ ਦੇ ਆਦਮੀ ਨੇ ਖੋਲ੍ਹਿਆ। ਉਹ ਮੇਰੀ ਬੇਟੀ ਦਾ ਸੁਸ਼ਮਾ ਦਾ ਸਹੁਰਾ ਸੀ। ਜਦੋਂ ਉਸਨੇ ਦਰਵਾਜ਼ਾ ਖੋਲ੍ਹਿਆ ਤਾਂ ਸਾਡੇ ਚਿਹਰੇ 'ਤੇ ਮੁਸਕਰਾਹਟ ਸੀ, ਪਰ ਪਤਾ ਨਹੀਂ ਕਿਉਂ ਉਸ ਦਾ ਚਿਹਰਾ ਅਜੀਬ ਜਿਹਾ ਹੋ ਗਿਆ, ਜਿਵੇਂ ਉਹਨਾਂ ਨੂੰ ਸਾਡਾ ਉੱਥੇ ਆਉਣਾ ਬਿਲਕੁਲ ਵੀ ਚੰਗਾ ਨਹੀਂ ਲੱਗਾ ਸੀ। ਜਦੋਂ ਇੱਕ ਨਜ਼ਰ ਮੈਂ ਸੁਸ਼ਮਾ ਦੇ ਸਹੁਰੇ ਦੇ ਚਿਹਰੇ 'ਤੇ ਮਾਰੀ ਤਾਂ ਉਸ ਦਾ ਰੰਗ ਉੱਡ ਚੁੱਕਿਆ ਸੀ। ਸਾਨੂੰ ਖਤਰਾ ਮਹਿਸੂਸ ਹੋਇਆ। ਅਸੀਂ ਘਰ ਦੇ ਅੰਦਰ ਵੜ ਗਏ ਅਤੇ ਆਪਣੀ ਬੇਟੀ ਨੂੰ ਮਿਲਣ ਲਈ ਉਸ ਦੇ ਕਮਰੇ ਵਿੱਚ ਚਲੇ ਗਏ। ਬੇਟੀ ਆਪਣੇ ਕਮਰੇ ਵਿੱਚ ਬੈਠੀ ਹੋਈ ਸੀ। ਉਹਦੇ ਅੱਗੇ ਕਈ ਕਿਸਮਾਂ ਦਾ ਫਰੂਟ ਕੱਟ ਕੇ ਰੱਖਿਆ ਹੋਇਆ ਸੀ ਅਤੇ ਉਹ ਮਹਾਰਾਣੀਆਂ ਵਾਂਗ ਫਰੂਟ ਖਾ ਰਹੀ ਸੀ। ਜਦੋਂ ਹੀ ਸਾਡੇ ਪੈਰਾਂ ਦੀ ਆਹਟ ਉਸਨੇ ਸੁਣੀ ਤਾਂ ਉਸਨੇ ਝੱਟ ਪਹਿਚਾਣ ਲਿਆ। ਉਹਨੇ ਆਪਣਾ ਮੂੰਹ ਇੱਧਰ ਉੱਧਰ ਘੁਮਾਇਆ ਅਤੇ ਕਹਿਣ ਲੱਗੀ, ਮੰਮੀ ਪਾਪਾ ਤੁਸੀਂ ਆਏ ਹੋ। ਅਤੇ ਉਹ ਉੱਠ ਕੇ ਸਾਡੇ ਕੋਲ ਆਉਣ ਲੱਗੀ ਤਾਂ ਅਸੀਂ ਆਪਣੀ ਬੱਚੀ ਨੂੰ ਕੁੱਟ ਕੇ ਸੀਨੇ ਨਾਲ ਲਾਇਆ। ਉਦੋਂ ਹੀ ਉਸ ਦਾ ਸਹੁਰਾ ਕਮਰੇ ਵਿੱਚ ਆਇਆ ਅਤੇ ਉਹ ਕਹਿਣ ਲੱਗਾ ਕਿ ਤੁਸੀਂ ਬੈਠੋ। ਅਸੀਂ ਆਪਣੀ ਬੇਟੀ ਸੁਸ਼ਮਾ ਦੇ ਕੋਲ ਹੀ ਬੈਠੇ ਸੀ ਤਾਂ ਮੈਂ ਉਸ ਨੂੰ ਪੁੱਛਿਆ, ਬੇਟੀ ਤੇਰਾ ਪਤੀ ਕਿੱਥੇ ਹੈ? ਉਹ ਕਿਤੇ ਨਜ਼ਰ ਨਹੀਂ ਆ ਰਿਹਾ। ਇਹ ਸੁਣ ਕੇ ਮੇਰੀ ਬੇਟੀ ਹੈਰਾਨੀ ਨਾਲ ਮੇਰੇ ਵੱਲ ਵੇਖਣ ਲੱਗੀ ਅਤੇ ਕਹਿਣ ਲੱਗੀ, ਮਾਂ, ਇਹ ਤੂੰ ਕੀ ਕਹਿ ਰਹੀ ਆ? ਮੇਰਾ ਪਤੀ ਤੇ ਸਾਹਮਣੇ ਖੜਾ ਹੈ। ਮੇਰੀ ਬੇਟੀ ਨੇ ਹੱਥ ਦੇ ਇਸ਼ਾਰੇ ਨੂੰ ਜਦੋਂ ਮੈਂ ਵੇਖਿਆ ਤਾਂ ਮੇਰੀ ਰੂਹ ਕੰਬ ਗਈ। ਮਾਂ, ਪਿਆਸ ਲੱਗੀ ਆ, ਮੇਰਾ ਗਲਾ ਸੁੱਕ ਰਿਹਾ ਆ। ਮੈਂ ਗਹਿਰੀ ਨੀਂਦ ਵਿੱਚ ਸੀ ਜਦੋਂ ਮੇਰੀ ਬੇਟੀ ਦੀ ਆਵਾਜ਼ ਨਾਲ ਮੈਂ ਉੱਠ ਖੜੀ ਹੋਈ। ਇੱਕ ਨਜ਼ਰ ਮੈਂ ਆਪਣੀ ਬੇਟੀ ਵੱਲ ਵੇਖਿਆ ਤਾਂ ਸਾਹਮਣੇ ਬੈੱਡ 'ਤੇ ਬੈਠੀ ਹਵਾ ਵਿੱਚ ਹੱਥ ਲਹਿਰਾਉਂਦੀ ਹੋਈ ਮੇਰੇ ਬੈੱਡ ਨੂੰ ਲੱਭ ਰਹੀ ਸੀ। ਬੇਟੀ ਨੂੰ ਵੇਖ ਕੇ ਮੈਂ ਇੱਕ ਗਹਿਰਾ ਸਾਹ ਲਿਆ ਅਤੇ ਉੱਠ ਕੇ ਪਾਣੀ ਦਾ ਗਲਾਸ ਭਰ ਕੇ ਆਪਣੀ ਬੇਟੀ ਦੇ ਹੱਥਾਂ ਵਿੱਚ ਫੜਾ ਦਿੱਤਾ। ਮੈਨੂੰ ਹਰ ਵਾਰ ਆਪਣੀ ਬੇਟੀ ਦੀ ਹਾਲਤ ਵੇਖ ਕੇ ਇੱਕ ਡਰ ਜਿਹਾ ਲੱਗਦਾ ਸੀ। ਜਦੋਂ ਕੋਈ ਵੀ ਇੱਕ ਵਾਰ ਇਸ ਚਿਹਰੇ ਨੂੰ ਵੇਖ ਲੈਂਦਾ ਤਾਂ ਉਹ ਦੂਸਰੀ ਵਾਰ ਉਸੇ ਚਿਹਰੇ ਨੂੰ ਜ਼ਰੂਰ ਵੇਖਦਾ। ਆਖਿਰ ਮੇਰੀ ਬੇਟੀ ਹੈ ਹੀ ਇੰਨੀ ਸੋਹਣੀ ਸੀ। ਪਰ ਜਦੋਂ ਕਿਸੇ ਨੂੰ ਪਤਾ ਚੱਲਦਾ ਕਿ ਮੇਰੀ ਬੇਟੀ ਅੰਨ੍ਹੀ ਹੈ ਤਾਂ ਉਹ ਕੰਨਾਂ ਨੂੰ ਹੱਥ ਲਗਾ ਕੇ ਰਹਿ ਜਾਂਦਾ ਅਤੇ ਕਹਿਣ ਲੱਗਦਾ ਕਿ ਯਕੀਨਨ ਇਹ ਮਾਂ-ਬਾਪ ਦੇ ਕਿਸੇ ਵੱਡੇ ਪਾਪ ਦੀ ਸਜ਼ਾ ਹੋਏਗੀ ਜੋ ਇੰਨੀ ਸੋਹਣੀ ਬੱਚੀ ਨੇ ਜਨਮ ਲਿਆ ਅਤੇ ਉਹ ਵੀ ਅੰਨ੍ਹੀ। ਵੈਸੇ ਦੁਨੀਆ ਵਿੱਚ ਇੰਨੇ ਹਸੀਨ ਲੋਕ ਬਹੁਤ ਹੀ ਕਮ ਦਿਖਾਈ ਦਿੰਦੇ। ਜਦੋਂ ਮੈਂ ਆਪਣੀ ਬੱਚੀ ਨੂੰ ਇਸ ਤਰ੍ਹਾਂ ਚੁੱਪ-ਚਾਪ ਇੱਕ ਜਗ੍ਹਾ ਬੈਠੀ ਵੇਖਦੀ ਤਾਂ ਮੇਰਾ ਦਿਲ ਜਿਹਾ ਟੁੱਟ ਜਾਂਦਾ। ਮੇਰੀ ਤੇ ਤਮੰਨਾ ਸੀ ਕਿ ਮੇਰੀ ਬੇਟੀ ਇਹ ਰੰਗ ਬਿਰੰਗੀ ਦੁਨੀਆ ਵੇਖ ਸਕਦੀ, ਆਪਣੇ ਮਾਂ-ਬਾਪ ਨੂੰ ਪਹਿਚਾਣ ਸਕਦੀ, ਪਰ ਉਸਨੇ ਤਾਂ ਸਿਰਫ ਆਪਣੇ ਹੱਥਾਂ ਨਾਲ ਹੀ ਸਾਡੇ ਚਿਹਰੇ 'ਤੇ ਨੈਣ ਨਕਸ਼ ਪਹਿਚਾਣ ਰੱਖੇ ਸੀ। ਉਹ ਦੋ ਚੀਜ਼ਾਂ ਨੂੰ ਸੁਣ ਕੇ ਅਤੇ ਮਹਿਸੂਸ ਕਰਕੇ ਆਪਣੇ ਦਿਲ ਦੇ ਜ਼ਰੀਏ ਮਹਿਸੂਸ ਕਰਦੀ ਸੀ, ਥੋੜ੍ਹਾ ਬਹੁਤ ਚੱਲ ਫਿਰ ਸਕਦੀ ਸੀ ਅਤੇ ਸਾਡੀ ਕਦਮਾਂ ਦੀ ਆਹਟ ਨੂੰ ਪਹਿਚਾਣ ਸਕਦੀ ਸੀ। ਮੈਂ ਆਪਣੀ ਬੇਟੀ ਨੂੰ ਪਾਣੀ ਪਿਲਾਇਆ। ਇੱਕ ਨਜ਼ਰ ਆਪਣੇ ਬੇਸੁੱਧ ਸੁੱਤੇ ਹੋਏ ਪਤੀ 'ਤੇ ਪਾਈ ਜੋ ਸਾਰੇ ਦਿਨ ਦਾ ਥੱਕਿਆ ਹੋਇਆ ਹੁਣ ਆਪਣੇ ਬਿਸਤਰੇ 'ਤੇ ਲੇਟਿਆ ਸੀ। ਸੁਸ਼ਮਾ ਸਾਨੂੰ ਸਾਡੀ ਜਾਨ ਤੋਂ ਵੀ ਪਿਆਰੀ ਸੀ। ਲੋਕ ਇਹਦੇ ਬਾਰੇ ਵਿੱਚ ਜੋ ਮਰਜ਼ੀ ਸੋਚਦੇ, ਪਰ ਸਾਡੀ ਤੇ ਜਾਨ ਇਸ ਵਿੱਚ ਹੀ ਵੱਸਦੀ ਸੀ।
बेटी जवान होई ते मेरे दिल विच अजीब जिहा ख्याल आउण लगा। जो पिंड विच किसी कुड़ी दा विआह हुंदा तां मेरा भी दिल करदा कि मैं अपनी बेटी दा विआह करां। ਉਹ ਸਿਰਫ ਵੇਖ ਨਹੀਂ ਸਕਦੀ ਸੀ ਪਰ ਸਾਰਾ ਘਰ ਸੰਭਾਲ ਸਕਦੀ ਸੀ। ਮੈਂ ਇਹਨਾਂ ਸੋਚਾਂ ਵਿੱਚ ਹੀ ਗੁੰਮ ਬੈਠੀ ਸੀ ਜਦੋਂ ਇੱਕ ਦਿਨ ਮੇਰਾ ਪਤੀ ਘਰ ਵਾਪਸ ਆਇਆ। ਉਹ ਕੰਮ ਤੋਂ ਥੱਕਿਆ ਹਾਰਿਆ ਵਾਪਸ ਆਇਆ ਸੀ। ਆਪਣੇ ਪਾਪਾ ਦੇ ਕਦਮਾਂ ਦੀ ਆਹਟ ਨੂੰ ਸੁਣਦੇ ਸਾਰ ਹੀ ਮੇਰੀ ਬੇਟੀ ਉੱਠ ਖੜੀ ਹੋਈ ਤੇ ਦੀਵਾਰਾਂ ਦਾ ਸਹਾਰਾ ਲੈਂਦੀ ਹੋਈ ਰਸੋਈ ਵਿੱਚ ਚਲੀ ਗਈ। ਉੱਥੋਂ ਉਸਨੇ ਪਾਣੀ ਦਾ ਗਲਾਸ ਲਿਆ ਤੇ ਆਪਣੇ ਪਾਪਾ ਕੋਲ ਆ ਗਈ ਤੇ ਕਹਿਣ ਲੱਗੀ, ਪਾਪਾ ਪਾਣੀ ਪੀ ਲਓ, ਤੁਸੀਂ ਥੱਕ ਗਏ ਹੋਵੋਗੇ। ਇਹ ਕਹਿ ਕੇ ਉਹ ਆਪਣੇ ਪਾਪਾ ਦੇ ਕੋਲ ਬੈਠ ਗਈ ਤੇ ਫਿਰ ਉਹਨਾਂ ਦੀਆਂ ਲੱਤਾਂ ਦਬਾਉਣ ਲੱਗੀ। ਉਹਨਾਂ ਦੇ ਪੈਰਾਂ ਵਿੱਚੋਂ ਜੁੱਤੀ ਉਤਾਰੀ ਤੇ ਕਹਿਣ ਲੱਗੀ, ਪਾਪਾ ਤੁਸੀਂ ਲੇਟ ਜਾਓ, ਮੈਂ ਤੁਹਾਡੀਆਂ ਲੱਤਾਂ ਦਬਾ ਦਿੰਦੀ ਹਾਂ। ਉਸ ਦੇ ਪਾਪਾ ਨੇ ਜਦੋਂ ਉਸ ਦੀ ਗੱਲ ਸੁਣੀ ਤਾਂ ਉਹ ਮੁਸਕਰਾਉਣ ਲੱਗੇ। ਉਹ ਉਸ ਦਾ ਮੱਥਾ ਚੁੰਮਣ ਲੱਗੇ ਤੇ ਆਸ਼ੀਰਵਾਦ ਦਿੰਦੇ ਹੋਏ ਕਹਿਣ ਲੱਗੇ, ਨਹੀਂ ਮੇਰੀ ਬੱਚੀ, ਤੂੰ ਮੇਰੇ ਕੋਲ ਬੈਠ ਜਾ ਤੇ ਦੱਸ ਅੱਜ ਮਾਂ ਨੇ ਤੈਨੂੰ ਡਾਂਟਿਆ ਤੇ ਨਹੀਂ, ਜਾਂ ਤੇਰੇ ਕੋਲੋਂ ਜ਼ਿਆਦਾ ਕੰਮ ਤਾਂ ਨਹੀਂ ਕਰਵਾਇਆ। ਮੈਂ ਹੁਣੇ ਤੇਰੀ ਮਾਂ ਦੀ ਖਬਰ ਲੈਂਦਾ ਹਾਂ। ਤਾਂ ਸੁਸ਼ਮਾ ਮੁਸਕਰਾ ਕੇ ਕਹਿ ਦਿੰਦੀ, ਨਹੀਂ ਨਹੀਂ, ਮਾਂ ਤਾਂ ਮੇਰਾ ਬਹੁਤ ਖਿਆਲ ਰੱਖਦੀ ਆ, ਮੈਨੂੰ ਕੋਈ ਕੰਮ ਨਹੀਂ ਕਰਨ ਦਿੰਦੀ। ਜੇਕਰ ਉਹਨਾਂ ਨੇ ਮੈਨੂੰ ਤੰਗ ਕੀਤਾ ਤਾਂ ਮੈਂ ਤੁਹਾਨੂੰ ਜ਼ਰੂਰ ਦੱਸਾਂਗੀ। ਉਸ ਦਿਨ ਜਦ ਸੁਸ਼ਮਾ ਨੂੰ ਕਮਰੇ ਵਿੱਚ ਭੇਜਿਆ ਤਾਂ ਆਪਣੇ ਪਤੀ ਨੂੰ ਕਹਿਣ ਲੱਗੀ ਕਿ ਸਾਡੀ ਸੁਸ਼ਮਾ ਹੁਣ ਜਵਾਨ ਹੋ ਗਈ ਹੈ, ਕਿਉਂ ਨਾ ਹੁਣ ਆਪਾਂ ਇਸ ਦਾ ਵਿਆਹ ਕਰ ਦਈਏ। ਮੇਰੀ ਇਹ ਗੱਲ ਸੁਣ ਕੇ ਮੇਰੇ ਪਤੀ ਹੈਰਾਨ ਹੋ ਗਏ ਤੇ ਮੈਨੂੰ ਵੇਖਣ ਲੱਗ ਪਏ। ਮੈਨੂੰ ਇਵੇਂ ਮਹਿਸੂਸ ਹੋਇਆ ਜਿਵੇਂ ਮੈਂ ਕੋਈ ਅਜੀਬ ਜਿਹੀ ਗੱਲ ਕਰ ਦਿੱਤੀ ਹੋਵੇ ਜਿਹਦੇ ਬਾਰੇ ਕਦੀ ਸੋਚਿਆ ਵੀ ਨਾ ਹੋਵੇ। ਉਹ ਕਹਿਣ ਲੱਗੇ ਕਿ ਪਾਗਲ, ਤੇਰਾ ਦਿਮਾਗ ਤਾਂ ਸੈੱਟ ਆ, ਤੂੰ ਕੀ ਕਹਿਣਾ ਚਾਹੁੰਦੀ ਆ? ਸੁਸ਼ਮਾ ਦੇ ਬਾਰੇ ਤਾਂ ਤੈਨੂੰ ਪਤਾ ਹੈ, ਉਸ ਦੀ ਅੱਖਾਂ ਦੀ ਰੋਸ਼ਨੀ ਨਹੀਂ ਆ। ਇਸ ਹਾਲਤ ਵਿੱਚ ਆਪਾਂ ਬੱਚੀ ਦਾ ਵਿਆਹ ਕਿਵੇਂ ਕਰਵਾ ਸਕਦੇ ਹਾਂ? ਮੈਂ ਕੁਝ ਕਹਿਣਾ ਚਾਹੁੰਦੀ ਸੀ ਪਰ ਮੇਰੇ ਪਤੀ ਨੇ ਮੈਨੂੰ ਪਹਿਲਾਂ ਹੀ ਚੁੱਪ ਕਰਵਾ ਦਿੱਤਾ ਤੇ ਕਹਿਣ ਲੱਗੇ, ਅੱਜ ਤੋਂ ਬਾਅਦ ਇਸ ਬਾਰੇ ਮੇਰੇ ਨਾਲ ਕੋਈ ਗੱਲ ਨਹੀਂ ਕਰਨੀ। ਇਹ ਮੇਰੀ ਬੱਚੀ ਦੀ ਜ਼ਿੰਦਗੀ ਦਾ ਸਵਾਲ ਆ। ਇੱਥੇ ਤਾਂ ਉਹ ਮਾਂ-ਬਾਪ ਦੇ ਘਰ ਰਹਿੰਦੀ ਆ, ਇੱਥੇ ਇਹਨੂੰ ਹਰ ਤਰ੍ਹਾਂ ਦੀ ਆਜ਼ਾਦੀ ਆ। ਸਾਨੂੰ ਪਤਾ ਆ ਆਪਣੀ ਬੱਚੀ ਨੂੰ ਕਿਸ ਤਰ੍ਹਾਂ ਹੈਂਡਲ ਕਰਨਾ ਆ। ਜਦੋਂ ਕਿ ਉਹ ਦੂਜੇ ਘਰ ਵਿਆਹ ਕਰਕੇ ਜਾਵੇਗੀ ਫਿਰ ਕੀ ਹੋਵੇਗਾ? ਤੂੰ ਜਾਣਦੀ ਹਾਂ ਕਿ ਉਸਦੇ ਪਤੀ ਦੇ ਘਰ ਕੰਮਕਾਜ, ਉਸ ਦੀ ਜ਼ਿੰਮੇਵਾਰੀਆਂ, ਫਿਰ ਸੱਸ ਸਹੁਰਾ ਨਨਾਣ, ਕਿੰਨੇ ਰਿਸ਼ਤੇ ਹੁੰਦੇ ਨੇ। ਇਹ ਸਾਰੇ ਰਿਸ਼ਤੇ ਕਿਵੇਂ ਨਿਭਾਊਗੀ? ਇਸ ਘਰ ਵਿੱਚ ਤਾਂ ਉਹ ਹਰ ਚੀਜ਼ ਦੇ ਚੱਪੇ ਤੋਂ ਵਾਕਫ ਆ। ਵਿਆਹ ਮੇਰੇ ਪਤੀ ਨੇ ਇਹ ਗੱਲ ਕਰਕੇ ਮੈਨੂੰ ਚੁੱਪ ਕਰਵਾ ਦਿੱਤਾ, ਜਦੋਂ ਕਿ ਮੈਂ ਇਹੀ ਸੋਚ ਕੇ ਪਰੇਸ਼ਾਨ ਹੋ ਰਹੀ ਸੀ ਕਿ ਆਖਿਰ ਮੇਰੀ ਬੱਚੀ ਅੱਗੇ ਜ਼ਿੰਦਗੀ ਕਿੱਦਾਂ ਗੁਜ਼ਾਰੂਗੀ। ਮੈਂ ਬਹੁਤ ਦੇਰ ਤੱਕ ਸੋਚਦੀ ਰਹੀ ਸੀ। ਦਿਮਾਗ ਵਿੱਚ ਕਈ ਤਰ੍ਹਾਂ ਦੇ ਖਿਆਲ ਆਉਣ ਲੱਗੇ। ਰਾਤ ਨੂੰ ਜੇਕਰ ਮੇਰੀ ਅੱਖ ਖੁੱਲ੍ਹ ਜਾਂਦੀ ਤੇ ਮੈਂ ਇਹੀ ਸੋਚਦੀ ਰਹਿੰਦੀ, ਜਦੋਂ ਇਸ ਦੁਨੀਆ ਵਿੱਚ ਅਸੀਂ ਨਾ ਰਹੇ ਤਾਂ ਫਿਰ ਸਾਡੀ ਬੱਚੀ ਕਿੱਥੇ ਜਾਊਗੀ? ਇਹਦੀ ਜ਼ਿੰਮੇਵਾਰੀਆਂ ਕੌਣ ਨਿਭਾਊਗਾ? ਇਹ ਸੋਚ ਕੇ ਮੇਰੀਆਂ ਅੱਖਾਂ ਵਿੱਚ ਹੰਝੂ ਆ ਗਏ। ਇਹ ਪਿੰਡ ਵਾਲੇ ਤੇ ਰਿਸ਼ਤੇਦਾਰ ਤਾਂ ਵੈਸੇ ਹੀ ਮੇਰੀ ਬੱਚੀ ਦਾ ਮਜ਼ਾਕ ਉਡਾਉਂਦੇ ਸੀ ਕਿਉਂਕਿ ਉਹ ਅੰਨ੍ਹੀ ਸੀ। ਇੱਕ ਦੋ ਔਰਤਾਂ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਇਹੋ ਜਿਹੀ ਔਲਾਦ ਪੈਦਾ ਹੋਣ ਤੋਂ ਪਹਿਲਾਂ ਹੀ ਮਰ ਜਾਣੀ ਚਾਹੀਦੀ ਆ। ਜਿਵੇਂ ਜਿਵੇਂ ਉਹ ਵੱਡੀ ਹੋਵੇਗੀ ਤਾਂ ਕਈ ਤਰ੍ਹਾਂ ਦੇ ਮਸਲੇ ਖੜੇ ਹੋਣਗੇ। ਆਖਿਰ ਇਹਨੂੰ ਕੌਣ ਪਾਲੂਗਾ? ਜਦੋਂ ਇਹ ਸੋਚ ਮੈਨੂੰ ਆਉਂਦੀ ਤਾਂ ਮੈਂ ਇਹੀ ਪ੍ਰਾਰਥਨਾ ਕਰਦੀ ਕਿ ਪਰਮਾਤਮਾ ਕੋਈ ਚੰਗਾ ਜਿਹਾ ਰਿਸ਼ਤਾ ਆ ਜਾਵੇ ਜੋ ਮੇਰੀ ਬੱਚੀ ਨੂੰ ਆਪਣੇ ਘਰ ਲੈ ਜਾਵੇ। ਮੇਰੀ ਬੇਟੀ ਵੇਖਣ ਵਿੱਚ ਬਹੁਤ ਸੋਹਣੀ ਸੀ, ਉਹਦਾ ਵਿਹਾਰ ਵੀ ਬਹੁਤ ਚੰਗਾ ਸੀ। ਜੇਕਰ ਉਹਨੂੰ ਘਰ ਦਾ ਅੰਦਾਜ਼ਾ ਹੋ ਜਾਵੇ ਤਾਂ ਉਹ ਘਰ ਦਾ ਸਾਰਾ ਕੰਮ ਬੜੇ ਹੀ ਚੰਗੇ ਤਰੀਕੇ ਨਾਲ ਕਰ ਲੈਂਦੀ ਸੀ। ਇੱਕ ਦਿਨ ਰਿਸ਼ਤਾ ਕਰਾਉਣ ਵਾਲੀ ਸਾਡੇ ਘਰ ਆਈ ਤੇ ਕਹਿਣ ਲੱਗੀ ਕਿ ਇੱਕ ਇਨਸਾਨ ਨੇ ਮੈਨੂੰ ਤੇਰੇ ਘਰ ਦਾ ਪਤਾ ਦੱਸਿਆ ਹੈ ਕਿ ਤੇਰੇ ਘਰ ਹੀ ਇੱਕ ਜਵਾਨ ਕੁੜੀ ਆ, ਕੀ ਮੈਂ ਤੇਰੀ ਕੁੜੀ ਦਾ ਰਿਸ਼ਤਾ ਕਰਵਾ ਦੇਵਾਂ? ਮੈਂ ਵਿਹੜੇ ਵਿੱਚ ਬੈਠੀ ਚੌਲ ਚੁਣ ਰਹੀ ਸੀ। ਰਿਸ਼ਤੇ ਵਾਲੀ ਦੀ ਗੱਲ ਸੁਣ ਕੇ ਮੈਂ ਹੈਰਾਨ ਹੋ ਗਈ। ਕਹਿਣ ਲੱਗੀ ਕਿ ਤੁਹਾਡਾ ਦਿਮਾਗ ਤਾਂ ਸੈੱਟ ਆ, ਕੀ ਤੁਹਾਨੂੰ ਪਤਾ ਆ ਕਿ ਮੇਰੀ ਬੇਟੀ ਅੰਨ੍ਹੀ ਆ, ਉਹਨੂੰ ਕੁਝ ਵੀ ਦਿਖਾਈ ਨਹੀਂ ਦਿੰਦਾ, ਅਸੀਂ ਇੱਦਾਂ ਵਿਆਹ ਕਰਵਾਉਣਾ ਚਾਹੁੰਦੇ ਹਾਂ। ਤਾਂ ਉਹ ਰਿਸ਼ਤੇ ਵਾਲੀ ਕਹਿਣ ਲੱਗੀ, ਹਾਂ ਇਹ ਸਭ ਮੈਂ ਜਾਣਦੀ ਹਾਂ ਤੇ ਮੈਂ ਇਹ ਗੱਲ ਮੁੰਡੇ ਵਾਲਿਆਂ ਨੂੰ ਦੱਸੀ ਆ। ਉਹ ਕਹਿੰਦੇ ਨੇ ਕਿ ਸਾਨੂੰ ਕੋਈ ਮਸਲਾ ਨਹੀਂ, ਉਹ ਖਾਂਦੇ ਪੀਂਦੇ ਘਰ ਦਾ ਮੁੰਡਾ ਆ ਤੇ ਇਕਲੌਤਾ ਵੀ ਆ, ਤੇਰੀ ਬੇਟੀ ਨੂੰ ਹਮੇਸ਼ਾ ਖੁਸ਼ ਰੱਖੂਗਾ। ਜਦੋਂ ਮੈਂ ਲੜਕੇ ਵਾਲਿਆਂ ਦੀਆਂ ਤਾਰੀਫਾਂ ਸੁਣੀਆਂ ਤਾਂ ਮੈਂ ਖੁਸ਼ ਹੋ ਗਈ ਤੇ ਦਿਲ ਵਿੱਚ ਫਿਰ ਤੋਂ ਇੱਕ ਉਮੀਦ ਲੱਗ ਗਈ, ਮੈਂ ਆਪਣੀ ਬੱਚੀ ਦਾ ਇਸੇ ਘਰ ਵਿੱਚ ਵਿਆਹ ਕਰਵਾ ਦਾਂ। ਉਹਨਾਂ ਨੂੰ ਮੇਰੀ ਬੇਟੀ ਦੇ ਅੰਨੇ ਹੋਣ 'ਤੇ ਕੋਈ ਵੀ ਮਸਲਾ ਨਹੀਂ ਆ। ਉਹ ਅਮੀਰ ਲੋਕ ਨੇ, ਘਰ ਵਿੱਚ ਨੌਕਰ ਚਾਕਰ ਵੀ ਹੋਣਗੇ, ਕੰਮ ਕਾਜ ਦੇ ਲਈ ਉਹਨਾਂ ਦੇ ਘਰ ਨੌਕਰਾਣੀਆਂ ਵੀ ਬਹੁਤ ਸੀ। ਉਹ ਬਸ ਮੇਰੀ ਬੇਟੀ ਦੇ ਚੰਗੇ ਵਿਹਾਰ ਦੇ ਕਰਕੇ ਉਹਨੂੰ ਅਪਣਾਉਣਾ ਚਾਹੁੰਦੇ ਸੀ। ਪਰ ਇੱਕ ਗੱਲ ਸਮਝ ਨਹੀਂ ਆਈ ਕਿ ਉਹਨਾਂ ਲੋਕਾਂ ਨੂੰ ਮੇਰੀ ਬੇਟੀ ਦਾ ਕਿਵੇਂ ਪਤਾ ਚੱਲਿਆ। ਖੈਰ, ਜਿਵੇਂ ਹੀ ਰਾਤ ਹੋਈ ਤਾਂ ਮੈਂ ਇਹ ਗੱਲ ਆਪਣੇ ਪਤੀ ਨਾਲ ਕੀਤੀ। ਇੱਕ ਵਾਰ ਫਿਰ ਪਤੀ ਨੇ ਗੁੱਸੇ ਨਾਲ ਮੇਰੇ ਵੱਲ ਵੇਖਿਆ ਤੇ ਕਹਿਣ ਲੱਗਾ, ਤੇਰਾ ਦਿਮਾਗ ਖਰਾਬ ਆ, ਕਿਉਂ ਆਪਣੀ ਬੱਚੀ ਦੀ ਜ਼ਿੰਦਗੀ ਨਰਕ ਬਣਾਉਣਾ ਚਾਹੁੰਦੀ ਆ?
ਮੈਂ ਬਿਲਕੁਲ ਵੀ ਇਸ ਦਾ ਵਿਆਹ ਨਹੀਂ ਕਰੂੰਗਾ। ਇਹ ਸੁਣ ਕੇ ਤਾਂ ਮੈਂ ਪਰੇਸ਼ਾਨ ਹੋ ਗਈ। ਮੈਂ ਆਪਣੇ ਪਤੀ ਨੂੰ ਬਹੁਤ ਸਮਝਾਇਆ ਪਰ ਉਹ ਨਾ ਮੰਨਿਆ। ਅਗਲੇ ਹੀ ਦਿਨ ਮੇਰੇ ਕਹਿਣ 'ਤੇ ਮੁੰਡੇ ਵਾਲੇ ਸਾਡੇ ਘਰ ਆ ਗਏ ਸੀ। ਉਸ ਸਮੇਂ ਮੇਰਾ ਪਤੀ ਘਰ ਵਿੱਚ ਹੀ ਸੀ। ਉਹ ਲੋਕ ਬੜੇ ਹੀ ਚੰਗੇ ਵਿਹਾਰ ਦੇ ਸੀ। ਜਦੋਂ ਉਹਨਾਂ ਨੇ ਮੇਰੀ ਬੇਟੀ ਨੂੰ ਵੇਖਿਆ ਤਾਂ ਉਹਨਾਂ ਦੇ ਨਾਲ ਆਈ ਔਰਤ ਨੇ ਮੇਰੀ ਬੇਟੀ ਨੂੰ ਗਲੇ ਨਾਲ ਲਗਾ ਲਿਆ ਤੇ ਕਹਿਣ ਲੱਗੀ, ਇਹ ਤਾਂ ਬਸ ਸਾਡੀ ਹੀ ਬਹੂ ਬਣੂਗੀ। ਮੇਰਾ ਪਤੀ ਹੈਰਾਨੀ ਨਾਲ ਉਹਨਾਂ ਵੱਲ ਵੇਖਣ ਲੱਗਾ ਤੇ ਕਹਿਣ ਲੱਗਾ ਕਿ ਮੈਂ ਮਾफ़ੀ ਚਾਹੁੰਦਾ ਹਾਂ, ਪਰ ਸਾਡੀ ਬੇਟੀ ਅੰਨ੍ਹੀ ਹੈ। ਅਸੀਂ ਨਹੀਂ ਚਾਹੁੰਦੇ ਕਿ ਅਸੀਂ ਇਸ ਦਾ ਵਿਆਹ ਕਰੀਏ ਕਿ ਵਿਆਹ ਤੋਂ ਬਾਅਦ ਕੁੜੀ ਦੇ ਕਈ ਤਰ੍ਹਾਂ ਦੀਆਂ ਜ਼ਿੰਮੇਵਾਰੀਆਂ ਆ ਜਾਂਦੀਆਂ ਨੇ ਤੇ ਇਹ ਜ਼ਿੰਮੇਵਾਰੀਆਂ ਨਹੀਂ ਨਿਭਾ ਸਕਦੀ। ਉਹ ਲੋਕ ਕਹਿਣ ਲੱਗੇ ਕਿ ਸਭ ਕੁਝ ਤੁਸੀਂ ਸਾਡੇ 'ਤੇ ਛੱਡ ਦੇਵੋ ਤੇ ਪਹਿਲਾਂ ਸਾਡੇ ਘਰ ਆਓ ਤੇ ਨਾਲ ਹੀ ਸ਼ਗਨ ਲੈ ਕੇ ਆਉਣਾ। ਉਹਨਾਂ ਨੇ ਸੁਸ਼ਮਾ ਦੇ ਹੱਥ 'ਤੇ 15,000 ਰੁਪਏ ਰੱਖੇ। ਕੁਝ ਦਿਨ ਬਾਅਦ ਫਿਰ ਆਏ ਤਾਂ ਇੱਕ ਵਾਰ ਫਿਰ ਮੇਰੀ ਬੇਟੀ ਲਈ ਉਹ ਬਹੁਤ ਸਾਰੇ ਤੋਹਫੇ ਲੈ ਕੇ ਆਏ। ਸਭ ਕੁਝ ਵੇਖ ਕੇ ਮੈਂ ਤੇ ਮੇਰਾ ਪਤੀ ਅੰਦਰ ਹੀ ਅੰਦਰ ਪਿਘਲ ਗਏ। ਉਹ ਲੋਕ ਸਾਡੀ ਬੱਚੀ ਨੂੰ ਸੱਚਮੁੱਚ ਹੀ ਬਹੁਤ ਪਿਆਰ ਕਰਦੇ ਸੀ। ਉਹ ਔਰਤ ਨੇ ਉਸ ਦਾ ਪਤੀ ਬੜੇ ਹੀ ਚੰਗੇ ਵਿਹਾਰ ਦੇ ਸੀ। ਸਾਡੀ ਬੇਟੀ ਨਾਲ ਬਹੁਤ ਹੀ ਨਰਮੀ ਨਾਲ ਪੇਸ਼ ਆਏ। ਉੱਥੇ ਹੀ ਉਹਨਾਂ ਦਾ ਮੁੰਡਾ ਵੀ ਸਾਡੇ ਦਿਲ ਨੂੰ ਬਹੁਤ ਚੰਗਾ ਲੱਗਾ ਤਾਂ ਇਸ ਰਿਸ਼ਤੇ ਨੂੰ ਅਸੀਂ ਰਾਜੀ ਹੋ ਚੁੱਕੇ ਸੀ। ਪਰ ਮੇਰਾ ਪਤੀ ਨਹੀਂ ਮੰਨ ਰਿਹਾ ਸੀ। ਉਸ ਨੇ ਇਸ ਰਿਸ਼ਤੇ 'ਤੇ ਰਾਜੀ ਹੋਣ ਲਈ 2 ਮਹੀਨੇ ਲਗਾ ਦਿੱਤੇ ਤੇ ਮੇਰੀ ਬੇਟੀ ਦਾ ਰਿਸ਼ਤਾ ਤੈਅ ਹੋ ਗਿਆ ਤੇ ਅਸੀਂ ਵਿਆਹ ਦੀਆਂ ਤਿਆਰੀਆਂ ਕਰਨ ਲੱਗੇ। ਮੇਰੀ ਬੇਟੀ ਇਸ ਰਿਸ਼ਤੇ ਤੋਂ ਬਹੁਤ ਖੁਸ਼ ਸੀ। ਉਸਨੇ ਵੇਖਿਆ ਤੇ ਨਹੀਂ ਸੀ ਪਰ ਮਨ ਦੀਆਂ ਅੱਖਾਂ ਨਾਲ ਉਹ ਸਭ ਕੁਝ ਪਛਾਣ ਰਹੀ ਸੀ। ਵਿਆਹ ਦੀ ਡੇਟ ਫਿਕਸ ਕਰਨ ਲੱਗੇ ਤਾਂ ਉਹ ਲੋਕ ਆਪਣੇ ਰੀਤੀ ਰਿਵਾਜ ਨਾਲ ਸਾਰੇ ਕੰਮ ਕਰ ਰਹੇ ਸੀ। ਕਹਿਣ ਲੱਗੇ ਕਿ ਅਸੀਂ ਆਪਣੇ ਰੀਤੀ ਰਿਵਾਜ ਨਾਲ ਹੀ ਵਿਆਹ ਕਰਾਂਗੇ। ਇੱਕ ਦਿਨ ਉਹ ਸਾਡੇ ਘਰ ਆਏ ਤੇ ਕਹਿਣ ਲੱਗੇ ਕਿ ਸਾਡੇ ਰਿਵਾਜ ਹੈ ਕਿ ਲੜਕੀ ਦਾ ਵਿਆਹ ਲੜਕੇ ਦੇ ਘਰ ਹੀ ਹੁੰਦਾ ਹੈ, ਕਿਉਂਕਿ ਇਹ ਸਫ਼ਰ ਬਹੁਤ ਹੀ ਲੰਬਾ ਹੈ। 4 ਘੰਟੇ ਬਾਅਦ ਅਸੀਂ ਇੱਥੇ ਪਹੁੰਚਾਂਗੇ, ਇਸ ਲਈ ਸਾਡੇ ਘਰ ਹੀ ਰੀਤੀ ਰਿਵਾਜ ਨਾਲ ਵਿਆਹ ਹੋ ਜਾਵੇਗਾ। ਇਹ ਸੁਣ ਕੇ ਅਸੀਂ ਥੋੜ੍ਹੀ ਸੋਚ ਵਿੱਚ ਪੈ ਗਏ ਕਿ ਆਖਿਰ ਕਿਵੇਂ ਹੋ ਸਕਦਾ ਹੈ, ਪਰ ਫਿਰ ਸਾਨੂੰ ਮੰਨਣਾ ਪਿਆ ਕਿਉਂਕਿ ਜਲਦੀ ਹੀ ਸਾਡੇ ਰਿਸ਼ਤੇ ਭੈਣ ਭਰਾਵਾਂ ਵਰਗੇ ਹੋ ਚੁੱਕੇ ਸੀ। ਅਸੀਂ ਇਹ ਤੈਅ ਕਰ ਲਿਆ ਕਿ ਉਹ ਲੋਕ ਸਾਡੀ ਕੁੜੀ ਨੂੰ ਇੱਥੋਂ ਲੈ ਜਾਣਗੇ ਤੇ ਫਿਰ ਅਗਲੇ ਦਿਨ ਅਸੀਂ ਪਤੀ ਪਤਨੀ ਦਹੇਜ ਦਾ ਸਮਾਨ ਲੈ ਕੇ ਉਹਨਾਂ ਦੇ ਘਰ ਪਹੁੰਚਾਂਗੇ ਤੇ ਉੱਥੇ ਦੋਵਾਂ ਬੱਚਿਆਂ ਦਾ ਵਿਆਹ ਹੋ ਜਾਵੇਗਾ। ਇਹ ਸਾਰੀਆਂ ਗੱਲਾਂ ਤੈਅ ਕਰਕੇ ਸਾਡੀ ਬੇਟੀ ਵਿਦਾ ਹੋ ਕੇ ਉਹਨਾਂ ਦੇ ਨਾਲ ਚਲੀ ਗਈ। ਅਸੀਂ ਵੀ ਦਹੇਜ ਦਾ ਸਮਾਨ ਲੈ ਕੇ ਸਵੇਰੇ ਉੱਥੇ ਪਹੁੰਚ ਜਾਣਾ ਸੀ। ਅਗਲੇ ਦਿਨ ਜਦੋਂ ਗੱਡੀ ਵਿੱਚ ਸਮਾਨ ਰੱਖ ਕੇ ਆਪਣੀ ਬੇਟੀ ਦੇ ਘਰ ਜਾਣ ਲੱਗੇ ਤਾਂ ਰਸਤੇ ਵਿੱਚ ਇੱਕ ਐਕਸੀਡੈਂਟ ਹੋ ਗਿਆ, ਜਿਸ ਦੀ ਵਜ੍ਹਾ ਨਾਲ ਰਸਤਾ ਬਲੌਕ ਹੋ ਚੁੱਕਿਆ ਸੀ। ਉੱਥੇ ਸਾਡੇ 3-4 ਘੰਟੇ ਵਿਅਰਥ ਹੋ ਚੁੱਕੇ ਸੀ। ਮਜਬੂਰਨ ਸਾਨੂੰ ਦੂਸਰੇ ਰਸਤੇ ਜਾਣਾ ਪਿਆ, ਜਿਸ ਵਿੱਚ ਸਾਨੂੰ 5 ਘੰਟੇ ਦਾ ਰਸਤਾ ਤੈਅ ਕਰਕੇ ਆਪਣੀ ਬੇਟੀ ਦੇ ਸਹੁਰੇ ਪਹੁੰਚਣਾ ਪਿਆ। ਜਦੋਂ ਉੱਥੇ ਪਹੁੰਚੇ ਤਾਂ ਮੇਰੇ ਪੈਰਾਂ ਥੱਲੇੋਂ ਜ਼ਮੀਨ ਨਿਕਲ ਗਈ ਕਿਉਂਕਿ ਮੇਰੀ ਬੇਟੀ ਦਾ ਵਿਆਹ ਹੋ ਚੁੱਕਿਆ ਸੀ। ਉਹ ਦੁਲਹਨ ਬਣੀ ਹੋਈ ਸੋਫੇ 'ਤੇ ਬੈਠੀ ਹੋਈ ਸੀ। ਉਸ ਦੇ ਲਾਗੇ ਕਈ ਮਹਿਮਾਨ ਇਕੱਠੇ ਹੋਏ ਸੀ। ਮੇਰੀ ਬੇਟੀ ਦਾ ਪਤੀ ਉਸ ਦੇ ਕੋਲ ਹੀ ਖੜਾ ਮੁਸਕਰਾ ਰਿਹਾ ਸੀ, ਜਦੋਂ ਕਿ ਉਸ ਦਾ ਸਹੁਰਾ ਤੇ ਸੱਸ ਉਹਦੇ ਨਾਲ ਬੈਠੇ ਫੋਟੋਆਂ ਖਿਚਵਾ ਰਹੇ ਸੀ। ਸਾਨੂੰ ਵੇਖ ਕੇ ਉਹ ਲੋਕ ਆਏ ਤੇ ਸਾਡੇ ਕੋਲੋਂ ਮਾफ़ੀ ਮੰਗਣ ਲੱਗੇ ਤੇ ਕਹਿਣ ਲੱਗੇ ਕਿ ਤੁਹਾਨੂੰ ਆਉਣ ਵਿੱਚ ਬਹੁਤ ਦੇਰ ਹੋ ਗਈ, ਇਸੇ ਲਈ ਅਸੀਂ ਵਿਆਹ ਕਰਵਾ ਦਿੱਤਾ। ਪੰਡਤ ਜੀ ਨੂੰ ਕਿਤੇ ਹੋਰ ਵੀ ਜਾਣਾ ਸੀ, ਉਹਨਾਂ ਨੇ ਜਲਦੀ ਵਿਆਹ ਕਰਵਾ ਦਿੱਤਾ। ਸਾਡੀ ਬੇਟੀ ਦਾ ਵਿਆਹ ਹੋ ਚੁੱਕਿਆ ਸੀ, ਸਾਨੂੰ ਹੋਰ ਕੀ ਚਾਹੀਦਾ ਸੀ। ਸਾਡੇ ਚਿਹਰਿਆਂ 'ਤੇ ਵੀ ਮੁਸਕਰਾਹਟ ਆ ਗਈ ਤੇ ਅਸੀਂ ਬੇਟੀ ਨੂੰ ਆਸ਼ੀਰਵਾਦ ਦੇਣ ਲੱਗੇ। ਉਹ ਘਰ ਬਿਲਕੁਲ ਇੱਕ ਮਹਿਲ ਵਰਗਾ ਸੀ ਤੇ ਅਸੀਂ ਖੁਸ਼ ਸੀ ਕਿ ਸਾਡੀ ਬੱਚੀ ਇੱਥੇ ਰਾਜ ਕਰੂਗੀ। ਇਹ ਵਿਆਹ ਇਹਨਾਂ ਦੇ ਰੀਤੀ ਰਿਵਾਜਾਂ ਮੁਤਾਬਕ ਹੋਇਆ ਸੀ। ਅਸੀਂ ਇੱਕ ਦਿਨ ਉੱਥੇ ਹੀ ਰਹੇ, ਫਿਰ ਆਪਣੀ ਬੇਟੀ ਨੂੰ ਦੁਬਾਰਾ ਆਉਣ ਲਈ ਕਹਿ ਕੇ ਵਾਪਸ ਆ ਗਏ। ਸਾਡੇ ਮੋਢਿਆਂ ਤੋਂ ਇੱਕ ਵੱਡਾ ਬੋਝ ਉਤਰ ਚੁੱਕਿਆ ਸੀ। ਘਰ ਆਏ ਤਾਂ ਅਕਸਰ ਬੇਟੀ ਨੂੰ ਫੋਨ ਕਰਕੇ ਪੁੱਛਦੀ ਤਾਂ ਉਹ ਕਹਿੰਦੀ ਕਿ ਮਾਂ ਮੈਂ ਇੱਥੇ ਬਹੁਤ ਖੁਸ਼ ਹਾਂ, ਇੱਥੇ ਸਾਰੇ ਬਹੁਤ ਹੀ ਚੰਗੇ ਨੇ, ਮੇਰਾ ਬਹੁਤ ਖਿਆਲ ਰੱਖਦੇ ਨੇ, ਕਦੀ ਵੀ ਕਿਸੇ ਨੇ ਉੱਚੀ ਆਵਾਜ਼ ਵਿੱਚ ਗੱਲ ਨਹੀਂ ਕੀਤੀ। ਇਹ ਮੈਨੂੰ ਬਿਲਕੁਲ ਸਕੇ ਮਾਂ ਪਿਓ ਵਾਂਗ ਮੁਹੱਬਤ ਦਿੰਦੇ ਨੇ ਤੇ ਮੇਰੇ ਪਤੀ ਬਹੁਤ ਹੀ ਚੰਗੇ ਨੇ। ਜਦੋਂ ਮੈਂ ਆਪਣੀ ਬੇਟੀ ਦੇ ਮੂੰਹੋਂ ਇਹ ਗੱਲ ਸੁਣਦੀ ਤਾਂ ਮੇਰੇ ਦਿਲ ਨੂੰ ਸਕੂਨ ਆ ਜਾਂਦਾ। ਮੇਰਾ ਪਤੀ ਵੀ ਆਪਣੇ ਕੰਮ ਵਿੱਚ ਰੁੱਝ ਗਿਆ ਤੇ ਮੈਂ ਵੀ ਘਰ ਦੇ ਕੰਮ ਵਿੱਚ ਬਿਜੀ ਹੋ ਗਈ। ਇਸੇ ਤਰ੍ਹਾਂ ਹੀ ਜ਼ਿੰਦਗੀ ਗੁਜ਼ਰ ਰਹੀ ਸੀ। ਮੈਂ ਆਪਣੀ ਬੇਟੀ ਨੂੰ ਕਹਿੰਦੀ ਕਿ ਕਿਸੇ ਦਿਨ ਸਾਡੇ ਘਰ ਆ ਕੇ ਚੱਕਰ ਲਗਾ ਜਾ, ਤਾਂ ਉਹ ਕਹਿੰਦੀ ਕਿ ਮਾਂ ਇੱਥੇ ਇਹਨਾਂ ਦੇ ਰਿਸ਼ਤੇਦਾਰ ਸਾਨੂੰ ਮਿਲਣ ਲਈ ਆ ਰਹੇ ਨੇ, ਦੂਰ ਦਰਾਜ਼ ਰਿਸ਼ਤੇਦਾਰ ਸਾਨੂੰ ਆਪਣੇ ਘਰ ਖਾਣੇ 'ਤੇ ਬੁਲਾ ਰਹੇ ਨੇ, ਅਜੇ ਨਹੀਂ ਆ ਸਕਦੇ। ਤਾਂ ਮਜਬੂਰਨ ਮੈਨੂੰ ਚੁੱਪ ਰਹਿਣਾ ਪੈਂਦਾ। ਕਈ ਦਿਨਾਂ ਤੋਂ ਅਜੀਬੋ ਗਰੀਬ ਸੁਪਨੇ ਆ ਰਹੇ ਸੀ, ਜਿਵੇਂ ਮੇਰੀ ਬੱਚੀ ਰੋ ਰਹੀ ਹੋਵੇ ਤੇ ਉਹ ਕਿਸੇ ਮੁਸੀਬਤ ਵਿੱਚ ਹੋਵੇ। ਕਦੀ ਸੁਪਨੇ ਵਿੱਚ ਕੋਈ ਸੱਪ ਉਸ ਨੂੰ ਆ ਕੇ ਡੰਗ ਜਾਂਦਾ ਤੇ ਕਦੀ ਉਹ ਕਿਸੇ ਗਹਿਰੀ ਖੱਡ ਵਿੱਚ ਡਿੱਗਦੀ ਹੁੰਦੀ। ਮੈਂ ਚਾਹ ਕੇ ਵੀ ਆਪਣੀ ਬੱਚੀ ਨੂੰ ਨਾ ਬਚਾ ਸਕਦੀ। ਇੱਕ ਦਿਨ ਤਾਂ ਹੱਦ ਹੀ ਹੋ ਗਈ, ਮੈਂ ਆਪਣੀ ਬੇਟੀ ਨੂੰ ਖੁਦ ਆਪਣੇ ਹੱਥਾਂ ਨਾਲ ਖੂਹ ਵਿੱਚ ਧੱਕਾ ਦੇ ਦਿੱਤਾ। ਇਹ ਸੁਪਨਾ ਮੈਨੂੰ ਬੇਚੈਨ ਕਰ ਰਿਹਾ ਸੀ। ਉਸ ਦਿਨ ਮੇਰੀ ਬੇਟੀ ਦਾ ਫੋਨ ਆਇਆ ਤੇ ਉਹ ਬੋਲੀ ਤੇ ਕਹਿਣ ਲੱਗੀ, ਮੈਂ ਤੁਹਾਨੂੰ ਮਿਲਣਾ ਚਾਹੁੰਦੀ ਹਾਂ।
ਮੈਂ ਉਸ ਨੂੰ ਪੁੱਛਿਆ, ਤੂੰ ਖੁਸ਼ ਤਾਂ ਹੈ ਨਾ? ਮੇਰੀ ਬੇਟੀ ਮੁਸਕਰਾ ਕੇ ਕਹਿਣ ਲੱਗੀ, ਹਾਂ ਮਾਂ, ਮੈਂ ਬਹੁਤ ਖੁਸ਼ ਹਾਂ। ਖੁਸ਼ੀ ਤਾਂ ਜਿਵੇਂ ਉਹਦੇ ਸ਼ਬਦਾਂ ਵਿੱਚੋਂ ਹੀ ਜ਼ਾਹਿਰ ਹੁੰਦੀ ਸੀ। ਕਹਿਣ ਲੱਗੀ, ਮੈਂ ਖੁਦ ਹੀ ਚੱਕਰ ਲਾਵਾਂਗੀ, ਬਸ ਇਹਨਾਂ ਨੂੰ ਕੰਮ ਤੋਂ ਛੁੱਟੀ ਮਿਲ ਜਾਵੇ। 4-5 ਮਹੀਨੇ ਗੁਜ਼ਰ ਗਏ, ਪਰ ਮੈਂ ਆਪਣੀ ਬੇਟੀ ਨੂੰ ਮਿਲਣ ਲਈ ਗਈ ਤੇ ਨਾ ਹੀ ਮੇਰੀ ਬੇਟੀ ਸਾਨੂੰ ਮਿਲਣ ਲਈ ਆਈ। ਹੁਣ ਤਾਂ ਮੈਨੂੰ ਆਪਣੀ ਬੇਟੀ ਦੀ ਬਹੁਤ ਯਾਦ ਆਉਣ ਲੱਗੀ ਸੀ। ਜੀ ਕਰਦਾ ਸੀ ਉੱਡ ਕੇ ਆਪਣੀ ਬੇਟੀ ਦੇ ਕੋਲ ਜਾਵਾਂ, ਪਰ ਇਸ ਤਰ੍ਹਾਂ ਨਹੀਂ ਹੋ ਸਕਦਾ ਸੀ। ਇੱਕ ਦਿਨ ਮੈਂ ਇਵੇਂ ਹੀ ਬੈਠੀ ਰੋਣ ਲੱਗੀ, ਕਿਉਂਕਿ ਮੈਨੂੰ ਆਪਣੀ ਬੇਟੀ ਦੀ ਬਹੁਤ ਯਾਦ ਆ ਰਹੀ ਸੀ। ਮੇਰੇ ਪਤੀ ਵੀ ਮੇਰੇ ਨਾਲ ਹੀ ਉਦਾਸ ਹੋ ਗਏ। ਕਹਿਣ ਲੱਗੇ, ਕੱਲ੍ਹ ਹੀ ਆਪਣੀ ਬੇਟੀ ਨੂੰ ਮਿਲਣ ਲਈ ਦੂਸਰੇ ਸ਼ਹਿਰ ਜਾਵਾਂਗੇ। ਅਗਲੇ ਦਿਨ ਸਵੇਰੇ ਸਵੇਰੇ ਅਸੀਂ ਦੋਨੋਂ ਪਤੀ ਪਤਨੀ ਬਹੁਤ ਸਾਰੇ ਫਲ ਲੈ ਕੇ ਆਪਣੀ ਬੇਟੀ ਦੇ ਘਰ ਜਾਣ ਲੱਗੇ। 4 ਘੰਟੇ ਦਾ ਸਫ਼ਰ ਤੈਅ ਕਰਨ ਤੋਂ ਬਾਅਦ ਅਸੀਂ ਆਪਣੀ ਬੇਟੀ ਦੇ ਘਰ ਪਹੁੰਚ ਗਏ। ਦਰਵਾਜ਼ਾ ਖੜਕਾਇਆ ਤਾਂ ਮੇਰੀ ਬੇਟੀ ਦਾ ਸਹੁਰੇ ਨੇ ਦਰਵਾਜ਼ਾ ਖੋਲ੍ਹਿਆ। ਅਸੀਂ ਤਾਂ ਸਮਝ ਰਹੇ ਸੀ ਕਿ ਉਹ ਸਾਨੂੰ ਵੇਖ ਕੇ ਖੁਸ਼ ਹੋਵੇਗਾ, ਪਰ ਉਹਦੇ ਚਿਹਰੇ 'ਤੇ ਅਜੀਬ ਹੀ ਪਰੇਸ਼ਾਨੀ ਆ ਗਈ। ਉਹਦਾ ਰੰਗ ਉੱਡ ਗਿਆ ਸੀ। ਉਹ ਡਰੇ ਹੋਏ ਚਿਹਰੇ ਦੇ ਨਾਲ ਸਾਡੇ ਵੱਲ ਵੇਖਣ ਲੱਗਾ। ਅਸੀਂ ਘਰ ਦੇ ਅੰਦਰ ਦਾਖਲ ਹੋ ਗਏ ਤਾਂ ਸਾਡੀ ਬੇਟੀ ਆਪਣੇ ਕਮਰੇ ਵਿੱਚ ਬੈਠੀ ਆਰਾਮ ਕਰ ਰਹੀ ਸੀ। ਸਾਡੀ ਬੇਟੀ ਨੇ ਸਾਡੇ ਕਦਮਾਂ ਦੀ ਆਹਟ ਸੁਣੀ ਤਾਂ ਉਹ ਫੌਰਨ ਉੱਠ ਕੇ ਸਾਡੇ ਗਲ ਲੱਗ ਗਈ ਤੇ ਖੁਸ਼ੀ ਨਾਲ ਰੋਣ ਲੱਗੀ। ਮੈਂ ਵੀ ਆਪਣੀ ਬੇਟੀ ਦਾ ਮੱਥਾ ਚੁੰਮਿਆ ਤੇ ਬੋਲੀ ਕਿ ਬਹੁਤ ਯਾਦ ਆ ਰਹੀ ਸੀ। ਇਸ ਟਾਈਮ ਸਿਵਾਏ ਸੁਸ਼ਮਾ ਦੇ ਤੇ ਉਸਦੇ ਸਹੁਰੇ ਦੇ ਉਹਨਾਂ ਦੇ ਘਰ ਹੋਰ ਕੋਈ ਵੀ ਨਹੀਂ ਸੀ। ਅਸੀਂ ਕੁਝ ਦੇਰ ਉੱਥੇ ਬੈਠੇ ਤਾਂ ਬੇਟੀ ਨੂੰ ਪੁੱਛਿਆ। ਉਹ ਤਾਂ ਵਾਕਈ ਬਹੁਤ ਖੁਸ਼ ਲੱਗ ਰਹੀ ਸੀ। ਇਹ ਵੇਖ ਕੇ ਮੇਰੇ ਦਿਲ ਨੂੰ ਸਕੂਨ ਮਿਲ ਗਿਆ। ਮੇਰੀ ਬੇਟੀ ਦਾ ਸਹੁਰਾ ਉੱਥੇ ਹੀ ਕਮਰੇ ਵਿੱਚ ਹੀ ਬੈਠਾ ਸੀ। ਸਾਨੂੰ ਬੈਠੇ ਹੋਏ ਕਾਫੀ ਦੇਰ ਹੋ ਚੁੱਕੀ ਸੀ। ਮੈਂ ਆਪਣੀ ਬੇਟੀ ਨੂੰ ਕਹਿਣ ਲੱਗੀ, ਤੇਰਾ ਪਤੀ ਕਿੱਥੇ ਹੈ? ਅਜੇ ਤੱਕ ਘਰ ਨਹੀਂ ਆਇਆ। ਤਾਂ ਮੇਰੀ ਬੇਟੀ ਕਹਿਣ ਲੱਗੀ, ਕੀ ਗੱਲ ਕਰ ਰਹੇ ਹੋ ਮਾਂ? ਮੇਰੇ ਪਤੀ ਤਾਂ ਸਾਹਮਣੇ ਹੀ ਬੈਠੇ ਨੇ, ਜਿਹੜੇ ਤੁਹਾਡੇ ਨਾਲ ਗੱਲ ਕਰ ਰਹੇ ਨੇ। ਮੇਰੇ ਤਾਂ ਜਿਵੇਂ ਸਿਰ 'ਤੇ ਪਹਾੜ ਟੁੱਟ ਗਿਆ ਹੋਵੇ। ਸਾਹਮਣੇ ਤਾਂ ਮੇਰੀ ਬੇਟੀ ਦਾ ਸਹੁਰਾ ਬੈਠਾ ਸੀ। ਮੈਂ ਆਪਣੀ ਬੇਟੀ ਨੂੰ ਕਹਿਣ ਲੱਗੀ, ਕੀ ਕਹਿ ਰਹੀ ਆਂ ਬੇਟੀ? ਤੇਰਾ ਪਤੀ ਇੱਥੇ ਕਿਤੇ ਵੀ ਨਹੀਂ ਆ, ਇਹ ਤਾਂ ਤੇਰਾ ਸਹੁਰਾ ਆ। ਮੇਰੀ ਬੇਟੀ ਇੱਕਦਮ ਬੁਖਲਾ ਕੇ ਉੱਠ ਖੜੀ ਹੋਈ, ਕਹਿਣ ਲੱਗੀ ਕਿ ਨਹੀਂ ਮਾਂ, ਮੇਰਾ ਸਹੁਰਾ ਤੇ ਕੋਈ ਵੀ ਨਹੀਂ ਆ। ਮੈਂ ਤਾਂ ਆਪਣੇ ਪਤੀ ਦੇ ਨਾਲ ਇਸ ਘਰ ਵਿੱਚ ਰਹਿੰਦੀ ਹਾਂ। ਮੇਰਾ ਪਤੀ ਗੁੱਸੇ ਵਿੱਚ ਉੱਠ ਖੜਾ ਹੋਇਆ ਤੇ ਆਪਣੀ ਬੇਟੀ ਦੇ ਸਹੁਰੇ ਨੂੰ ਕਹਿਣ ਲੱਗਾ ਕਿ ਇਹ ਕੀ ਕਹਿ ਰਹੀ ਆ? ਤੁਹਾਡਾ ਬੇਟਾ ਕਿੱਥੇ ਹੈ? ਅਸੀਂ ਤਿੰਨੇ ਹੀ ਹੈਰਾਨ ਸੀ। ਕੁਝ ਸਮਝ ਨਹੀਂ ਆ ਰਿਹਾ ਸੀ ਕਿ ਉਦੋਂ ਹੀ ਉਹ ਇਨਸਾਨ, ਜਿਸ ਦੀ ਉਮਰ 50 ਤੋਂ 55 ਸਾਲ ਦੇ ਆਸ-ਪਾਸ ਸੀ, ਗਲਾ ਸਾਫ਼ ਕਰਕੇ ਕਹਿਣ ਲੱਗਾ ਕਿ ਤੁਹਾਡੀ ਬੇਟੀ ਸੁਸ਼ਮਾ ਮੇਰੀ ਹੀ ਪਤਨੀ ਹੈ। ਇਹ ਖਬਰ ਤਾਂ ਸਾਡੇ ਉੱਤੇ ਪਹਾੜ ਬਣ ਕੇ ਟੁੱਟੀ ਸੀ। ਮੇਰਾ ਪਤੀ ਅੱਗੇ ਵੱਧ ਕੇ ਉਸ ਇਨਸਾਨ ਦਾ ਗਲਾ ਫੜ ਕੇ ਕਹਿਣ ਲੱਗਾ ਕਿ ਇਹ ਕੀ ਬਕਵਾਸ ਕਰ ਰਿਹਾ ਆ? ਇਹ ਤੇਰੀ ਬਹੂ ਸੀ। ਉਹ ਕਹਿਣ ਲੱਗਾ ਕਿ ਇਵੇਂ ਦਾ ਨਹੀਂ ਹੈ। ਦਰਅਸਲ ਮੈਂ ਆਪਣਾ ਘਰ ਵਸਾਉਣਾ ਚਾਹੁੰਦਾ ਸੀ। ਇਹ ਧਨ ਦੌਲਤ ਮੇਰੇ ਕੋਲ ਬਹੁਤ ਸੀ, ਪਰ ਮੈਂ ਅਜੇ ਤੱਕ ਕੁਆਰਾ ਸੀ। ਮੈਂ ਆਪਣੇ ਸਾਰੇ ਭੈਣ ਭਰਾਵਾਂ ਦੇ ਵਿਆਹ ਕਰ ਦਿੱਤੇ ਸੀ। ਉਹ ਦੂਸਰੇ ਮੁਲਕਾਂ ਵਿੱਚ ਜਾ ਕੇ ਵਸ ਗਏ। ਜਦੋਂ ਮੈਂ ਵਿਆਹ ਕਰਨ ਦਾ ਸੋਚਿਆ ਤਾਂ ਕੋਈ ਵੀ ਮੇਰੇ ਨਾਲ ਵਿਆਹ ਕਰਨ ਲਈ ਰਾਜ਼ੀ ਨਹੀਂ ਸੀ, ਕਿਉਂਕਿ ਮੇਰੀ ਉਮਰ ਬਹੁਤ ਹੋ ਚੁੱਕੀ ਸੀ। ਇਸੇ ਲਈ ਰਿਸ਼ਤੇ ਵਾਲੀ ਨੂੰ ਕਿਹਾ ਜਿਵੇਂ ਵੀ ਮੇਰਾ ਵਿਆਹ ਕਰਵਾ ਦੇ। ਉਹਨੇ ਮੈਨੂੰ ਤੁਹਾਡੀ ਬੇਟੀ ਦੇ ਬਾਰੇ ਵਿੱਚ ਦੱਸਿਆ ਤਾਂ ਮੈਂ ਵਿਆਹ ਲਈ ਤਿਆਰ ਹੋ ਗਿਆ। ਇਸ ਤਰ੍ਹਾਂ ਸੁਸ਼ਮਾ ਮੇਰੇ ਦਿਲ ਨੂੰ ਲੱਗ ਗਈ। ਮੈਂ ਜਾਣਦਾ ਸੀ ਕਿ ਤੁਸੀਂ ਆਪਣੀ ਬੇਟੀ ਦਾ ਵਿਆਹ ਮੇਰੇ ਨਾਲ ਨਹੀਂ ਕਰਵਾਓਗੇ, ਇਸੇ ਲਈ ਮੈਂ ਇਹ ਸਾਰਾ ਪਲਾਨ ਬਣਾਇਆ ਤੇ ਵਿਆਹ ਵਾਲੇ ਦਿਨ ਵੀ ਮੈਂ ਤੁਹਾਡੇ ਆਉਣ ਤੋਂ ਪਹਿਲਾਂ ਹੀ ਵਿਆਹ ਕਰ ਲਿਆ, ਤਾਂ ਕਿ ਤੁਹਾਨੂੰ ਪਤਾ ਨਾ ਚੱਲ ਸਕੇ ਕਿ ਤੁਹਾਡੀ ਬੇਟੀ ਦਾ ਵਿਆਹ ਕਿਸ ਨਾਲ ਹੋਇਆ ਹੈ। ਇਹ ਖਬਰ ਸਾਡੇ ਤਿੰਨਾਂ 'ਤੇ ਬਿਜਲੀ ਬਣ ਕੇ ਗਿਰ ਗਈ ਸੀ। ਮੇਰਾ ਪਤੀ ਤਾਂ ਗੁੱਸੇ ਨਾਲ ਉਸ ਇਨਸਾਨ ਨੂੰ ਮਾਰਨ ਲੱਗਾ। ਸੁਸ਼ਮਾ ਅਲੱਗ ਰੋ ਰਹੀ ਸੀ। ਅਸੀਂ ਉਸੇ ਟਾਈਮ ਆਪਣੀ ਬੱਚੀ ਨੂੰ ਨਾਲ ਲਿਆ ਤੇ ਘਰ ਵਾਪਸ ਆ ਗਏ। ਇਸ ਤੋਂ ਬਾਅਦ ਸੁਸ਼ਮਾ ਦਾ ਪਤੀ ਕਈ ਵਾਰ ਆਇਆ ਤੇ ਮਾफ़ੀ ਮੰਗਦਾ ਰਿਹਾ। ਉਸ ਨੇ ਸੁਸ਼ਮਾ ਨੂੰ ਕਿਹਾ ਕਿ ਸੁਸ਼ਮਾ, ਤੂੰ ਦੱਸ, ਕੀ ਮੈਂ ਇੱਕ ਵੀ ਵਾਰ ਤੇਰੇ ਨਾਲ ਉੱਚੀ ਆਵਾਜ਼ ਵਿੱਚ ਗੱਲ ਕੀਤੀ ਆ? ਤੇਰੇ 'ਤੇ ਹੱਥ ਚੁੱਕਿਆ ਆ? ਤੈਨੂੰ ਤਾਂ ਮੈਂ ਹੱਥ ਦਾ ਛਾਲਾ ਬਣਾ ਕੇ ਰੱਖਿਆ ਆ। ਤੇਰੀ ਹਰ ਖੁਆਇਸ਼ ਪੂਰੀ ਕਰਦਾ ਆ। ਤੈਨੂੰ ਕਦੀ ਵੀ ਇਹ ਅਹਿਸਾਸ ਨਹੀਂ ਹੋਣ ਦਿੱਤਾ ਕਿ ਤੇਰੀਆਂ ਅੱਖਾਂ ਨਹੀਂ ਹਨ। ਸੁਸ਼ਮਾ ਵੀ ਦਿਲ ਹੀ ਦਿਲ ਆਪਣੇ ਪਤੀ ਨੂੰ ਪਸੰਦ ਕਰਨ ਲੱਗੀ ਸੀ ਤੇ ਕਹਿਣ ਲੱਗੀ ਕਿ ਹਾਂ ਮਾਂ, ਮੈਂ ਨਾ ਤਾਂ ਇਹਨਾਂ ਦਾ ਚਿਹਰਾ ਵੇਖ ਸਕੀ ਤੇ ਨਾ ਹੀ ਇਹਨਾਂ ਦਾ ਸਰੀਰ। ਮੈਂ ਤਾਂ ਬਸ ਇਹਨਾਂ ਦਾ ਵਿਹਾਰ ਤੇ ਇਹਨਾਂ ਦੀ ਮੇਰੇ ਨਾਲ ਮੁਹੱਬਤ ਵੇਖ ਕੇ ਇਹਨਾਂ ਨਾਲ ਬਹੁਤ ਪਿਆਰ ਕਰਨ ਲੱਗੀ ਹਾਂ। ਅਸੀਂ ਜਦੋਂ ਵੇਖਿਆ ਕਿ ਸਾਡੀ ਬੇਟੀ ਉਸ ਇਨਸਾਨ ਨਾਲ ਖੁਸ਼ ਹੈ ਤੇ ਉਹ ਸਾਡੀ ਬੇਟੀ ਦਾ ਬਹੁਤ ਖਿਆਲ ਰੱਖਦਾ ਹੈ, ਤਾਂ ਮਜਬੂਰਨ ਸਾਨੂੰ ਆਪਣੀ ਬੇਟੀ ਨੂੰ ਉਸ ਇਨਸਾਨ ਦੇ ਨਾਲ ਵਿਦਾ ਕਰਨਾ ਪਿਆ। ਉਸ ਇਨਸਾਨ ਦੀ ਮੁਹੱਬਤ ਵਿੱਚ ਕੋਈ ਕਮੀ ਨਹੀਂ ਆਈ। ਉਹ ਸਾਡੀ ਬੇਟੀ ਨੂੰ ਆਪਣੇ ਘਰ ਦੀ ਇੱਜ਼ਤ ਬਣਾ ਕੇ ਰੱਖਣ ਲੱਗਾ। ਇਸ ਤੋਂ ਬਾਅਦ ਮੇਰੀ ਬੇਟੀ ਨੇ ਇੱਕ ਖੂਬਸੂਰਤ ਬੱਚੇ ਨੂੰ ਜਨਮ ਦਿੱਤਾ। ਹੁਣ ਉਹਨਾਂ ਦੀ ਜ਼ਿੰਦਗੀ ਵਿੱਚ ਖੁਸ਼ੀਆਂ ਹੀ ਖੁਸ਼ੀਆਂ ਸੀ। ਫਿਰ ਅਸੀਂ ਕੌਣ ਹੁੰਦੇ ਹਾਂ ਉਸ ਨੂੰ ਉਸ ਦੇ ਪਤੀ ਨਾਲੋਂ ਅਲੱਗ ਕਰਨ ਵਾਲੇ? ਅਸੀਂ ਉਸ ਦੀਆਂ ਖੁਸ਼ੀਆਂ ਵਿੱਚ ਹੀ ਖੁਸ਼ ਹਾਂ।
ਇਹ ਝੂਠ ਤੇ ਧੋਖੇ ਨਾਲ ਕੀਤੇ ਹੋਏ ਵਿਆਹ ਨੂੰ ਭੁੱਲਣਾ ਆਸਾਨ ਨਹੀਂ ਹੁੰਦਾ। ਧੰਨਵਾਦ ਜੀ। ਇਹ ਸੀ ਅੱਜ ਦੀ ਆਪਣੀ ਕਹਾਣੀ। ਜੇਕਰ ਕਹਾਣੀ ਵਧੀਆ ਲੱਗੀ ਹੋਵੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਜੀ।